16ਵੀਂ पौड़ी 16ਵੀਂ। ਮਹਿਮਾ ਮਹਿ ਮਹਿਕਾਰ ਵਿੱਚ ਮਹਿਮਾ ਲੱਖ ਨਾ ਮਹਿਮਾ ਜਾਣੈ। ਲੱਖ ਮਹਾਤਮ ਮਹਾਤਮਾ ਤਿਲ ਨਾ ਮਹਾਤਮ ਆਖ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਮਹਿ ਮਹਿਕਾਰ ਵਿੱਚ ਮਹਿਮਾ ਲੱਖ ਨਾ ਮਹਿਮਾ ਜਾਣੈ। ਭਾਈ ਗੁਰਦਾਸ ਜੀ ਇਸ 16ਵੀਂ ਪੌੜੀ ਦੇ ਵਿੱਚ ਪਰਮਾਤਮਾ ਜੋ ਵਾਹਿਗੁਰੂ ਹੈ ਕਹਿੰਦੇ ਉਹ ਪਰੇ ਤੋਂ ਪਰੇ ਹੈ। ਕਿਉਂ ਪਰੇ ਹੈ? ਕਿਉਂਕਿ ਇਨਸਾਨ ਦੀ ਸੋਚਣੀ ਤੋਂ ਪਰੇ ਹੈ, ਇਨਸਾਨ ਦੀ ਪਕੜ ਤੋਂ ਪਰੇ ਹੈ, ਇਨਸਾਨ ਦੀ ਪਹੁੰਚ ਤੋਂ ਪਰੇ ਹੈ, ਇਨਸਾਨ ਦੇ ਗਿਆਨ ਤੋਂ ਪਰੇ ਹੈ। ਉਹ ਪਰਮਾਤਮਾ ਪਰੇ ਤੋਂ ਪਰੇ ਹੈ। ਭਾਵੇਂ ਸਾਰੀ ਦੁਨੀਆ ਵੀ ਜਿਹੜੀ ਹੈ ਉਸ ਪਰਮਾਤਮਾ ਦੀ ਉਸਤਤ ਕਰਦੀ ਹੈ, ਪਰ ਕਹਿੰਦੇ ਉਹ ਉਸਤਤ ਦੇ ਵਿੱਚ ਉਹ ਪਰਮਾਤਮਾ ਦਾ ਅੰਤ ਨਹੀਂ ਕੋਈ ਪਾ ਸਕਦਾ। ਇਸ ਕਰਕੇ ਕਹਿੰਦੇ ਇਹ ਪਰਮਾਤਮਾ ਦਾ ਸਰੂਪ ਜਿਹੜਾ ਹੈ ਇਹ ਕੈਸਾ ਹੈ, ਤੇ ਇਸ ਨੂੰ ਜਿਹੜਾ ਹਨ ਮਹਿਕਾਉਣ ਵਾਲੇ ਜਾਂ ਇਸ ਨੂੰ ਅੱਗੇ ਸਪਰੇਡ ਕਰਨ ਵਾਲੇ, ਇਸ ਦਾ ਅੱਗੇ ਪ੍ਰਚਾਰਨ ਕਰਨ ਵਾਲੇ ਕੌਣ ਕੌਣ ਹਨ, ਕਿਹਨਾਂ ਨੇ ਜਿਹੜਾ ਹਨ ਕਿਹੜੇ ਤਰੀਕਿਆਂ ਨਹੀਂ ਪਰਮਾਤਮਾ ਦਾ ਜਸ ਗਾਇਆ, ਕੀਰਤੀ ਕੀਤੀ। ਪਰ ਫਿਰ ਵੀ ਪਰਮਾਤਮਾ ਪਰੇ ਤੋਂ ਪਰੇ ਹੈ, ਤੇ ਕਿਵੇਂ ਗੁਰਮੁਖ ਉਸ ਨੂੰ ਪਾਉਂਦੇ ਹਨ। ਮਹਿਮਾ ਮਹਿ ਮਹਿਕਾਰ ਵਿੱਚ ਦੇਖੋ ਮਹਿਮਾ ਦੀ ਮਹਿਕਾਰ ਫ੍ਰੈਗਨੈਂਸ ਦੇ ਵਿੱਚ ਕਹਿੰਦੇ ਇਹ ਮਹਿਮਾ ਜਿਹੜੀ ਪ੍ਰੇਸ ਹੈ, ਪ੍ਰੇਸ ਦੀ ਫ੍ਰੈਗਨੈਂਸ ਦੇ ਵਿੱਚ ਕਹਿੰਦੇ ਐਸਾ ਹੈ। ਮਹਿਮਾ ਲੱਖ ਨਾ ਮਹਿਮਾ ਜਾਣੈ। ਲੱਖਾਂ ਹੀ ਮਹਿਮਾ, ਲੱਖਾਂ ਹੀ ਜਿਹੜੇ ਹਨ ਉਹਨਾਂ ਨੇ ਆਪਣੇ ਗਿਆਨ ਅਨੁਸਾਰ ਕਹਿੰਦੇ ਕਿੰਨੇ ਹੀ ਥਿਊਰੀਜ਼ ਵੀ ਬਣੀਆਂ, ਕਈ ਫਿਲਾਸਫੀਜ਼ ਬਣੀਆਂ ਉਸ ਪਰਮਾਤਮਾ ਦੀ ਮਹਿਮਾ ਨੂੰ ਮਹਿਕਾਉਣ ਵਾਸਤੇ, ਅੱਗੇ ਉਸ ਨੂੰ ਜਿਹੜਾ ਹਨ ਫੈਲਾਉਣ ਵਾਸਤੇ। ਤੇ ਕਿੰਨੇ ਹੀ ਉਦਮ ਕੀਤੇ, ਕਿੰਨਾ ਹੀ ਕੀਤਾ ਗਿਆ ਕਿ ਪਰਮਾਤਮਾ ਦੀ ਜਿਹੜੀ ਮਹਿਕਾਰ ਹੈ, ਫ੍ਰੈਗਨੈਂਸ ਹੈ, ਪ੍ਰੇਸ ਹੈ, ਉਹਨੂੰ ਕੀਤੀ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਐਸੇ ਜਿਹੜੇ ਹਨ ਪ੍ਰਬੰਧ ਹੋਏ, ਪਰ ਕਹਿੰਦੇ ਨਾ ਮਹਿਮਾ ਜਾਣੇ, ਫਿਰ ਵੀ ਕੋਈ ਪਰਮਾਤਮਾ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ। ਕਿਉਂਕਿ ਕਰਨ ਵਾਲਿਆਂ ਦੇ ਵਿੱਚ ਇੱਕ ਦੋਸ਼ ਆ ਜਾਂਦਾ ਹੈ, ਜੋ ਵੀ ਮਹਿਮਾ ਕਰਦਾ ਹੈ ਉਸ ਦੇ ਵਿੱਚ ਇਹ ਗੱਲ ਆ ਜਾਂਦੀ ਕਿ ਮੈਂ ਕੀਤੀ ਹੈ, ਇਹ ਗੱਲ ਮੈਂ ਕਹੀ ਹੈ। ਸੋ ਇਸ ਕਰਕੇ ਫਿਰ ਪ੍ਰਮਾਤਮਾ ਕਿਵੇਂ ਹੋ ਸਕਦਾ ਹੈ ਜਿਸ ਦੇ ਵਿੱਚ ਹਉਮੈ ਲੱਗ ਜਾਵੇ, ਜਿਹਦੇ ਵਿੱਚ ਹਉਮੈ ਦਾ ਜਿਹੜਾ ਹੈ ਇਹ ਐਸਾ ਜਿਹੜਾ ਜਾਗ ਲੱਗ ਜਾਵੇ, ਕਹਿੰਦੇ ਜਿਵੇਂ ਦੁੱਧ ਫੁੱਟ ਜਾਂਦਾ ਹੈ ਨਾ, ਇਸੇ ਤਰ੍ਹਾਂ ਹੀ ਹੈ। ਕਹਿੰਦੇ ਉਹ ਮਹਿਮਾ ਦੇ ਵਿੱਚ ਫਿਰ ਵੈਸੀ ਗੱਲ ਨਹੀਂ ਰਹਿ ਜਾਂਦੀ, ਨਾ ਉਹ ਮਹਿਮਾ ਪਾਈ ਸਕਦੇ ਨੇ ਪੂਰੀ, ਕਿਉਂਕਿ ਹਜੇ ਤੱਕ ਆਪਣੀ ਹਸਤੀ ਨੂੰ ਰੱਖਿਆ ਹੈ, ਆਪਾਂ ਆਪਣੇ ਦਿਮਾਗ ਨੂੰ ਵਰਤਿਆ ਹੈ ਇਹਨੂੰ ਸੋਚ ਕੇ ਤੇ ਉਸ ਦੀ ਮਹਿਮਾ ਕਰਨ ਵਿੱਚ। ਇਸ ਕਰਕੇ ਉਸ ਦੀ ਮਹਿਮਾ ਹੁੰਦੀ ਨਹੀਂ, ਨਾ ਹੋਈ ਹੈ ਪੂਰੀ। ਲੱਖ ਮਹਾਤਮ ਮਹਾਤਮਾ ਦੇਖੋ ਲੱਖਾਂ ਹੀ ਜਿਹੜੇ ਹਨ ਮਹਾਤਮ, ਜਿਹੜੇ ਹਨ ਮਹਾਤਮ ਕੀਤੇ, ਉਹਦੀ ਗ੍ਰੇਟਨੈਸ ਨੂੰ ਕਿਹਾ। ਕਿਹਨਾਂ ਨੇ ਕਿਹਾ? ਕਹਿੰਦੇ ਮਹਾਤਮਾ ਨੇ, ਜਿਨ੍ਹਾਂ ਨੂੰ ਲੋਕ ਮਹਾਤਮਾ ਕਹਿੰਦੇ ਨੇ, ਜਿਨ੍ਹਾਂ ਨੂੰ ਜਿਵੇਂ ਮਹਾਤਮਾ ਦਾ ਮਤਲਬ ਮਹਾ ਆਤਮਾ ਵੀ, ਇੱਕ ਤਾਂ ਆਤਮਾ ਨੇ, ਕਹਿੰਦੇ ਇਹ ਮਹਾ ਆਤਮਾ ਨੇ। ਸੋ ਮਹਾਤਮਾ, ਸੋ ਇਹ ਮਹਾਤਮਾ ਲੋਕਾਂ ਨੇ ਵੀ ਬੜਾ ਮਹਾਤਮ ਕੀਤਾ। ਤਿਲ ਨਾ ਮਹਾਤਮ ਆਖ ਵਖਾਣੈ। ਦੇਖੋ ਪਰ ਤਿਲ ਜਿੰਨੇ ਵੀ ਉਸ ਪਰਮਾਤਮਾ ਦਾ ਮਹਾਤਮ ਇਹ ਕਹਿ ਨਹੀਂ ਸਕੇ। ਤਿਲ ਜਿੰਨਾ ਵੀ ਸੈਸਮੀ ਸੀਡ ਹੁੰਦਾ ਹੈ ਉਤਨੇ ਜਿੰਨਾ ਵੀ ਕਹਿੰਦੇ ਇਹ ਆਖ ਕੇ ਉਸ ਦਾ ਵਿਖਿਆਨ ਡਿਸਕ੍ਰਿਪਸ਼ਨ ਨਹੀਂ ਕਰ ਸਕੇ, ਉਸ ਦਾ ਵੇਰਵਾ ਨਹੀਂ ਦੇ ਸਕੇ ਉਸ ਜਿਹੜਾ ਹਨ ਮਹਾਤਮ ਦਾ। ਇਸ ਕਰਕੇ ਕਿਉਂ ਨਹੀਂ ਦੇ ਸਕੇ? ਕਿਉਂਕਿ ਉਹਨਾਂ ਨੇ ਮਹਿਮਾ ਕੀਤੀ ਹੈ, ਮਹਾਤਮ ਗਾਇਆ ਆਪਣੀ ਵਡਿਆਈ ਕਰਾਉਣ ਵਾਸਤੇ, ਵੀ ਸਾਡੀ ਵਡਿਆਈ ਵੱਡੀ ਹੋ ਜਾਵੇ। ਕਿਉਂਕਿ ਕਹਿੰਦੇ ਵੀ ਅਸੀਂ ਪਰਮਾਤਮਾ ਨੂੰ ਬਹੁਤਾ ਜਾਣਿਆ, ਦੂਜਿਆਂ ਨੇ ਇੰਨਾ ਨਹੀਂ ਜਾਣਿਆ। ਸੋ ਇਸ ਕਰਕੇ ਕਹਿੰਦੇ ਮਹਾਤਮਾ ਦੀ ਕਹੀ ਹੋਈ ਮਹਿਮਾ ਜਿਹੜੀ ਹੈ ਉਹ ਵੀ ਨਹੀਂ ਪੂਰੀ ਹੋਈ। ਉਸਤਤ ਵਿੱਚ ਲੱਖ ਉਸਤਤੀ। ਦੇਖੋ ਉਸਤਤ ਕਰਨ ਵਾਲਿਆਂ ਵਿੱਚ ਜਿਨ੍ਹਾਂ ਨੇ ਉਸਤਤੀ ਨੂੰ ਗਾਇਆ ਹੈ। ਸੋ ਉਸਤਤੀ ਜਿਹੜੀ ਹੈ ਇਹ ਜਿਹੜੀ ਹੈ, ਹੁਣ ਦੇਖੋ ਨਾ ਇੱਥੇ ਕਈ ਸ਼ਬਦ ਆਏ ਹਨ। ਸੋ ਪਹਿਲਾਂ ਤਾਂ ਆਇਆ ਸੀ ਮਹਿਮਾ, ਦੂਜਾ ਆ ਗਿਆ ਮਹਾਤਮ, ਉਸਦੀ ਗ੍ਰੇਟਨੈਸ। ਹੁਣ ਤੀਜਾ ਆਇਆ ਸ਼ਬਦ ਜਿਹੜਾ ਵਰਤਿਆ ਉਸਤਤੀ। ਉਸਤਤੀ ਹੁੰਦੀ ਹੈ ਉਸਦੇ ਉਹ ਕਰਮ ਲੈਣੇ ਜਿਹੜੇ ਕਰਮ ਫਿਜ਼ੀਕਲ ਹੋਣ, ਜਿਹੜੇ ਫਿਜ਼ੀਕਲੀ ਬੰਦਾ ਦੇਖ ਕੇ ਕਹਿ ਸਕਦਾ ਹੈ ਵੀ ਹਾਂ ਇਹ ਚੀਜ਼ ਮੈਂ ਅੱਖੀਂ ਦੇਖੀ ਤੇ ਕੰਨਾਂ ਨਾਲ ਸੁਣੀ ਹੈ।
ਕਹਿੰਦੇ ਇਹ ਉਹਨੂੰ ਉਸਤਤੀ ਕਹਿੰਦੇ ਹਨ। ਸੋ ਉਸਤਤੀ ਵਿੱਚ ਲੱਖ ਉਸਤਤੀ, ਕਹਿੰਦੇ ਕਿ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਲੱਖਾਂ ਹੀ ਉਸਤਤ ਲੋਕਾਂ ਨੇ ਕੀਤੀਆਂ, ਪਲ ਉਸਤਤ ਅੰਦਰ ਹੈਰਾਣੇ। ਪਰ ਕਹਿੰਦੇ ਉਸ ਪਰਮਾਤਮਾ ਦੀ ਪਲ ਜਿੰਨੀ ਉਸਤਤ ਕਰਦਿਆਂ ਹੋਇਆਂ ਅੰਦਰ ਹੈਰਾਣੇ, ਉਹ ਆਪਣੇ ਆਪ 'ਚ ਹੈਰਾਨ ਹੋ ਜਾਂਦੇ ਨੇ। ਕਿਉਂ ਹੈਰਾਨ ਹੁੰਦੇ ਨੇ? ਕਿਉਂਕਿ ਉਹ ਜਿਹੜੇ ਕਰਤੱਵ ਨੇ ਉਹਨਾਂ ਨੇ ਕਿਤੇ ਮਨ ਵਿੱਚ ਸੋਚੇ ਵੀ ਨਹੀਂ ਹੈ ਵੀ ਜੋ ਪਰਮਾਤਮਾ ਕਰ ਦਿਖਾਉਂਦਾ ਹੈ। ਹੁਣ ਉਹ ਉਸਤਤੀ ਦੇ ਵਿੱਚ ਕਹਿੰਦੇ ਹੈਰਾਨ ਹੋ ਕੇ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਮੈਂ ਜੋ ਦੇਖਿਆ ਮੈਂ ਉਹਦੀ ਉਸਤਤ ਤਾਂ ਕੀਤੀ ਹੈ, ਪਰ ਉਹ ਕਿਉਂ ਐਸਾ ਹੋਇਆ, ਇਸ ਤਰ੍ਹਾਂ ਕਿਉਂ ਨਹੀਂ ਹੋਇਆ, ਉਹਨਾਂ ਦੀ ਸਮਝ ਕੋਈ ਨਹੀਂ ਪਿਆ। ਇਸ ਕਰਕੇ ਉਹ ਹੈਰਾਨ ਹੋ ਜਾਂਦੇ ਨੇ। ਸੋ ਪਰਮਾਤਮਾ ਜਿਵੇਂ ਵਰਤਦਾ ਹੈ ਨਾ, ਆਪਾਂ ਤਾਂ ਉਹਨੂੰ ਆਪਣੀ ਬੁੱਧੀ ਨੂੰ ਲੈ ਕੇ ਸਮਝਣਾ ਚਾਹੁੰਦੇ ਹਾਂ। ਜਿਵੇਂ ਇੱਕ ਬੱਚਾ ਜਿਹੜਾ ਹੈ ਕਿਤੇ ਜਿਹੜਾ ਹਨ ਸਮੁੰਦਰ ਦੇ ਕੰਢੇ ਤੇ ਬੈਠਾ ਰੋਈ ਜਾਂਦਾ ਹੈ। ਜੋ ਇਹ ਸੋਕਰਟਸ ਜਿਹੜਾ ਹੋਇਆ ਹੈ ਰੋਮਨ ਦਾ, ਸੋ ਉਹਨੇ ਜਾ ਕੇ ਬੱਚੇ ਨੂੰ ਪੁੱਛਿਆ ਤੂੰ ਰੋ ਕਿਉਂ ਰਿਹਾ ਹੈ? ਉਹ ਕਹਿੰਦਾ ਮੈਂ ਰੋ ਇਸ ਕਰਕੇ ਰਿਹਾ ਹਾਂ, ਮੈਂ ਚਾਹੁੰਦਾ ਹਾਂ ਕਿ ਇਹ ਸਾਰਾ ਸਮੁੰਦਰ ਮੇਰੀ ਕੌਲੀ ਦੇ ਵਿੱਚ ਪੈ ਜਾਵੇ, ਇਹ ਮੇਰੇ ਭਾਂਡੇ ਵਿੱਚ ਮੈਂ ਸਾਰਾ ਸਮੁੰਦਰ ਨੂੰ ਪਾਉਣਾ ਚਾਹੁੰਦਾ ਹਾਂ। ਤੇ ਉਹ ਕਹਿਣ ਲੱਗਾ ਵੀ ਇਹਦੇ 'ਚ ਪੈ ਨਹੀਂ ਰਿਹਾ, ਮੈਂ ਇਸ ਕਰਕੇ ਰੋ ਰਿਹਾ ਹਾਂ। ਉਹ ਸੋਕਰਟਸ ਨੇ ਕੀ ਕੀਤਾ, ਚੱਕ ਕੇ ਜਿਹੜਾ ਉਹ ਵੀ ਰੋਣ ਲੱਗ ਪਿਆ। ਉਹਨੇ ਕਿਹਾ ਦੇਖਿਆ ਮੈਂ ਵੀ ਹੁਣ ਤੱਕ ਇਹੀ ਸੋਚਦਾ ਰਿਹਾ, ਮੈਂ ਪਰਮਾਤਮਾ ਨੂੰ ਆਪਣੀ ਛੋਟੀ ਜੀ ਬੁੱਧੀ ਜਿਹੜੀ ਕੌਲੀ ਰੂ ਬੁੱਧੀ ਵਿੱਚ ਮੈਂ ਪਾਉਣਾ ਚਾਹੁੰਦਾ ਸੀ, ਮੈਂ ਉਹਨੂੰ ਸਮਝਣਾ ਚਾਹੁੰਦਾ ਕੰਪਲੀਟਲੀ, ਪਰ ਕਹਿੰਦੇ ਉਹ ਤਾਂ ਸਮੁੰਦਰ ਹੈ, ਕੌਲੀ ਵਿੱਚ ਕਿਵੇਂ ਪੈ ਸਕਦਾ ਹੈ? ਤਾਂ ਅਖੀਰ ਕਰ ਕੀ ਕੀਤਾ, ਉਹ ਬੱਚੇ ਨੇ ਉੱਠ ਕੇ ਉਹ ਕੌਲਾ ਜਿਹੜਾ ਸੀਗਾ ਵਗਾ ਕੇ ਮਾਰਿਆ ਉਹ ਜਿਹੜਾ ਸਮੁੰਦਰ ਦੇ ਵਿੱਚ। ਤੇ ਉਹ ਸੋਕਰਟਸ ਦੇ ਦੇਖ ਕੇ ਹੈਰਾਨ ਹੋ ਗਿਆ, ਕਹਿੰਦਾ ਬੱਚੇ ਤੂੰ ਮੈਨੂੰ ਬਹੁਤ ਵੱਡਾ ਗਿਆਨ ਦਿੱਤਾ ਹੈ। ਜੇ ਇਹ ਸਮੁੰਦਰ ਕੌਲੀ ਵਿੱਚ ਨਹੀਂ ਪੈ ਸਕਦਾ, ਇਹ ਕੌਲੀ ਤਾਂ ਸਮੁੰਦਰ ਵਿੱਚ ਪੈ ਸਕਦੀ ਆ ਨਾ। ਕਹਿੰਦੇ ਆਪਾਂ ਤਾਂ ਉਹਦੇ ਵਿੱਚ ਸਮਾ ਸਕਦੇ ਹਾਂ ਪਰਮਾਤਮਾ ਵਿੱਚ, ਜੇ ਆਪਾਂ ਚਾਹੀਏ ਤਾਂ ਪਰਮਾਤਮਾ ਆਪਣੇ ਵਿੱਚ ਸਮਾਵੇ, ਇਹ ਨਹੀਂ ਹੋਣਾ। ਸੋ ਇਸ ਕਰਕੇ ਇੱਥੇ ਕਹਿੰਦੇ ਉਸਤਤ ਅੰਦਰ ਹੈਰਾਨ ਹੈ, ਇਹ ਹੈਰਾਨ ਕਰਨ ਵਾਲੇ ਹਨ, ਕਿਉਂਕਿ ਹੈਰਾਨ ਤਾਂ ਹੋ ਹੀ ਜਾਂਦੇ ਹਾਂ ਜਦੋਂ ਉਹਨੂੰ ਸਮਝੇ ਤਾਂ ਸਮਝ ਵਿੱਚ ਨਾ ਆਵੇ। ਸੋ ਇਸ ਕਰਕੇ ਕਹਿੰਦੇ ਉਸਤਤ ਕਰਨ ਵਾਲੇ ਵੀ ਹੈਰਾਨ ਹਨ। ਅਚਰਜ ਵਿੱਚ ਲੱਖ ਅਚਰਜਾ। ਸੋ ਹੁਣ ਜਿਹੜਾ ਹੈ ਅਚਰਜ ਜਿਹੜਾ ਹੈ ਵੰਡਰ ਸਟਰਕ ਕਹਿ ਲਈਏ, ਕਹਿੰਦੇ ਉਹ ਜਿਹੜਾ ਹੈ ਵੰਡਰ ਸਟਰਕ ਹੋ ਜਾਂਦੇ ਨੇ। ਤੇ ਕਿਵੇਂ? ਕਹਿੰਦੇ ਉਹ ਜਿਹੜਾ ਲੱਖਾਂ ਜਿਹੜਾ ਹਨ ਅਚਰਜਤਾ, ਕਹਿੰਦੇ ਉਹ ਪਰਮਾਤਮਾ ਦੀ ਅਚਰਜਤਾ ਨੂੰ ਕੌਣ ਜਾਣੇ, ਉਸਦੀ ਵੰਡਰ ਸਟਰਕ ਆਪਾਂ ਹੋ ਜਾਂਦੇ ਹਾਂ ਉਹਨੂੰ ਦੇਖ ਕੇ। ਉਹ ਹੈਰਾਨ ਕਰਨ ਵਾਲੇ ਉਸਦੇ ਕਰਤੱਵ ਨੇ, ਪਰ ਕਹਿੰਦੇ ਇਸ ਨੂੰ ਕਿਹੜਾ ਹੈ, ਕਹਿੰਦੇ ਉਸ ਨੂੰ ਜਿਹੜਾ ਹਨ ਉਸ ਵੰਡਰ ਸਟਰਕ ਦੀ ਅਵਸਥਾ ਦੇ ਵਿੱਚ ਪਰਮਾਤਮਾ ਨੂੰ ਜੇ ਸਮਝਣਾ ਚਾਹੀਏ ਤਾਂ ਉਹ ਵੀ ਨਹੀਂ ਹੋ ਸਕਦਾ। ਅਚਰਜ ਅਚਰਜ ਚੋਜ ਵਿਡਾਣੈ। ਕਿਉਂਕਿ ਪਰਮਾਤਮਾ ਦੇ ਅਚਰਜ ਤੋਂ ਅਚਰਜ ਕੌਤਕ ਨੇ, ਕਹਿੰਦੇ ਐਸੇ ਹੈਰਾਨ ਕਰਨ ਵਾਲੇ ਲੱਖਾਂ ਹੀ ਐਸੇ ਕੌਤਕ ਹਨ। ਜੇ ਇੱਕ ਪਾਸੇ ਕੁਝ ਸਮਝ ਲਈਏ ਤਾਂ ਦੂਸਰੇ ਪਾਸੇ ਜਾ ਕੇ ਫਿਰ ਬੰਦਾ ਕਨਫਿਊਜ਼ ਹੋ ਜਾਂਦਾ। ਕਹਿੰਦੇ ਇਸ ਕਰਕੇ ਚੋਜ ਵਿਡਾਣੇ, ਉਹਨਾਂ ਦੇ ਚੋਜ ਉਹਨਾਂ ਦੇ ਕਰਤੱਵ ਪਰਮਾਤਮਾ ਦੇ ਵਿਡਾਣੇ ਹਨ, ਜੋ ਹੈਰਾਨ ਕਰਨ ਵਾਲੇ ਹਨ, ਜਾਂ ਵਡਾਣੇ ਮਤਲਬ ਕਿ ਬਹੁਤ ਵੱਡੇ ਹਨ। ਸੋ ਉਹ ਜਿਹੜੇ ਹਨ ਸਮਝਣ ਵਿੱਚ ਆਉਣੇ ਬੜੇ ਮੁਸ਼ਕਲ ਹਨ, ਕਿਉਂਕਿ ਇਨਸਾਨ ਜਦੋਂ ਤੱਕ ਆਪਣੇ ਆਪ ਨੂੰ ਇਨਸਾਨ ਦੀ ਸੀਮਾ ਤੱਕ ਰੱਖਦਾ ਹੈ ਨਾ, ਉਹ ਪਰਮਾਤਮਾ ਨੂੰ ਉਸੇ ਤਰ੍ਹਾਂ ਹੀ ਸਮਝਦਾ ਹੈ ਜਿਸ ਤਰ੍ਹਾਂ ਉਹਦੀ ਅਕਲ ਹੁੰਦੀ ਹੈ। ਜਿੰਨਾ ਕੁ ਉਸ ਕੋਲ ਗਿਆਨ ਹੁੰਦਾ ਹੈ ਉਨਾ ਕੁ ਉਹ ਸਮਝ ਸਕਦਾ ਹੈ, ਉਸ ਤੋਂ ਵੱਧ ਉਸਦਾ ਜਿਹੜਾ ਕੈਪੇਬਿਲਿਟੀ ਨਹੀਂ ਰਹਿੰਦੀ। ਇਸ ਕਰਕੇ ਗੁਰੂ ਨਾਨਕ ਤਾਂ ਐਸਾ ਹੀ ਕਹਿੰਦੇ ਹਨ ਨਾ ਕਿ ਉਸ ਨਾਮ ਦੇ ਵਿੱਚ ਸਮਾਉਣਾ ਹੈ, ਆਪਣੇ ਆਪ ਨੂੰ ਪਿੱਛੇ ਛੱਡ ਕੇ ਅੱਗੇ ਤੁਰ ਜਾਣਾ ਹੈ। ਸੋ ਇੱਥੇ ਜਿਹੜਾ ਹੈ ਹੁਣ ਅਚਰਜਤਾ ਦੇ ਵਿੱਚ ਇਹ ਅਚਰਜਤਾ ਵਾਲੀ ਗੱਲ ਜਿਹੜੀ ਆਪਾਂ ਵਾਹੇ ਦਾ ਸ਼ਬਦ ਕਹਿੰਦੇ ਹਾਂ, ਵਾਹਿਗੁਰੂ। ਹੁਣ ਵਾਹਿਗੁਰੂ ਤਾਂ ਵੀ ਉਹੀ ਹੈ ਨਾ, ਐਸਟੋਨਿਸ਼ਿੰਗ ਹੈ। ਉਹ ਜਿਹੜਾ ਹਨ ਉਸ ਨੂੰ ਆਪਾਂ ਕੀ ਕਵਾਂਗੇ, ਆਪਾਂ ਵਾਹੀ ਕਹਿ ਸਕਦੇ ਹਾਂ। ਵਿਸਮਾਦੀ ਵਿਸਮਾਦ ਲੱਖ। ਹੁਣ ਵਿਸਮਾਦੀ, ਹੁਣ ਵਿਸਮਾਦ ਅਵਸਥਾ ਵੀ ਇੱਕ ਵਿਸਮਾਦ ਅਵਸਥਾ ਵੀ ਹੈ ਜਿਹਦੇ ਵਿੱਚ ਮਾਇਆ ਦਾ ਅਸਰ ਨਹੀਂ ਹੁੰਦਾ, ਜਿਹਦੇ ਵਿੱਚ ਮਾਇਆ ਮੁੱਕ ਜਾਂਦੀ ਹੈ। ਸੋ ਇਹਨੂੰ ਵਿਸਮਾਦ ਅਵਸਥਾ ਕਹਿੰਦੇ ਹਾਂ, ਜਿੱਥੇ ਗਿਆਨ ਪ੍ਰਗਟ ਹੁੰਦਾ ਹੈ। ਸੋ ਕਹਿੰਦੇ ਵਿਸਮਾਦ, ਜੇ ਕਿਤੇ ਗਿਆਨ ਦੀ ਅਵਸਥਾ ਵਿੱਚ ਵੀ ਜਾ ਕੇ ਉਸ ਪਰਮਾਤਮਾ ਨੂੰ ਆਪਾਂ ਸਮਝਣਾ ਚਾਹੀਏ। ਵਿਸਮਾਦੋਂ ਵਿਸਮਾਦ ਵਿਹਾਣੈ। ਪਰ ਦੇਖੋ ਕਹਿੰਦੇ ਉੱਥੇ ਕੀ ਹੁੰਦਾ ਹੈ, ਕਹਿੰਦੇ ਉੱਥੇ ਵਿਸਮਾਦ ਵੀ ਵਿਸਮਾਦ ਹੋ ਜਾਂਦੀ ਹੈ, ਉੱਥੇ ਵਿਸਮਾਦ ਤੋਂ ਪਰੇ ਹੋ ਜਾਂਦਾ ਹੈ ਕੰਮ, ਵਿਸਮਾਦ ਦੀ ਵੀ ਵਿਸਮਾਦ ਹੁੰਦੀ ਹੈ। ਮਤਲਬ ਕਿ ਉਹ ਅਵਸਥਾ ਗਿਆਨ ਵਾਲੀ ਹੈ, ਉੱਥੇ ਮਾਇਆ ਨਹੀਂ ਵਰਤਦੀ। ਹੁਣ ਉੱਥੇ ਗਿਆਨ ਦੇ ਵਿੱਚ ਵੀ ਜਦੋਂ ਆਪਾਂ ਪਰਮਾਤਮਾ ਨੂੰ ਸਮਝਣਾ ਚਾਹੀਏ ਤਾਂ ਕਹਿੰਦੇ ਵਿਸਮਾਦੋ ਵਿਸਮਾਦ ਵਿਹਾਣੇ, ਕਹਿੰਦੇ ਉੱਥੇ ਵੀ ਜਿਹੜਾ ਹਨ ਉਹ ਵੀ ਜਿਹੜੇ ਹਨ ਪਿੱਛੇ ਰਹਿ ਜਾਂਦਾ ਵਿਸਮਾਦ, ਉਹ ਤਾਂ ਅੱਗੇ ਤੋਂ ਅੱਗੇ ਚਲਿਆ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜੀ ਗੱਲ ਹੈ
ਕਹਿੰਦੇ ਇਹ ਗਿਆਨ ਤੋਂ ਜੇ ਅਗਰ ਵਿਸਮਾਦ ਅਵਸਥਾ ਵਿੱਚ ਸੰਪੂਰਨ ਗਿਆਨ, ਜਿਵੇਂ ਵਿਆਸ ਰਿਸ਼ੀ ਜੀ ਹੋਏ, ਕਹਿੰਦੇ ਦੇਖੋ ਉਹਨਾਂ ਨੇ ਕਿੰਨੇ ਗ੍ਰੰਥ ਲਿਖੇ, ਪੁਰਾਣ ਲਿਖੇ, ਉਹਨਾਂ ਨੇ ਸਾਰ ਕੀਤਾ ਵੇਦਾਂ ਦਾ, ਕਹਿੰਦੇ ਪਰ ਦੇਖੋ ਉਹਦਾ ਮੋਹ ਫਿਰ ਵੀ ਨਾ ਕੱਟਿਆ ਗਿਆ ਸੀ। ਜਦੋਂ ਉਹਦਾ ਪੁੱਤਰ ਮਰਿਆ ਤਾਂ ਉਹਨੇ ਕਈ ਵਾਰੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਗੰਗਾ ਵਿੱਚ ਛਾਲ ਮਾਰੀ, ਗੰਗਾ ਨੇ ਉਹਨੂੰ ਡੋਬਿਆ ਕੋਈ ਨਹੀਂ, ਅੱਗ ਵਿੱਚ ਗਿਆ, ਅੱਗ ਨੇ ਸਾੜਿਆ ਕੋਈ ਨਹੀਂ। ਦੇਖੋ ਉਹ ਜਿਹੜਾ ਸੀਗਾ ਇੰਨਾ ਗਿਆਨ ਰੱਖਣ ਵਾਲਾ, ਗਿਆਨ ਦੀ ਅਵਸਥਾ ਵਿੱਚ ਵਰਤਣ ਵਾਲਾ, ਫਿਰ ਵੀ ਉਹਦਾ ਇਹ ਹਾਲ ਹੋਇਆ। ਹੁਣ ਦਰੋਣਾਚਾਰਿਆ ਹੋਇਆ, ਹਾਂਜੀ ਉਹਨੂੰ ਕੋਈ ਹਰਾ ਨਹੀਂ ਸਕਦਾ ਸੀਗਾ। ਸੋ ਇਸੇ ਤਰ੍ਹਾਂ ਜਿਹੜਾ ਹੈ ਉਸਦਾ ਪੁੱਤਰ ਅਸ਼ੋਤਾਮਾ, ਤੇ ਉਹ ਜਿਹੜਾ ਮਹਾਭਾਰਤ ਦੇ ਜੰਗ ਵਿੱਚ ਉਹਨੂੰ ਹਰਾਉਣ ਵਾਸਤੇ ਕਹਿ ਦਿੱਤਾ ਵੀ ਅਸ਼ੋਤਾਮਾ, ਇੱਕ ਅਸ਼ੋਤਾਮਾ ਹਾਥੀ ਵੀ ਸੀ, ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਹਨ ਕ੍ਰਿਸ਼ਨ ਨੇ ਕਿਹਾ ਜੇ ਦਰੋਣਾਚਾਰਿਆ ਨੂੰ ਮਾਰਨਾ ਹੈ ਤਾਂ ਇਹਨੂੰ ਅੰਦਰੋਂ ਮਾਰਨਾ ਪੈਣਾ। ਤੇ ਅੰਦਰ ਮਾਰਨ ਦਾ ਤਰੀਕਾ ਇਹੀ ਸੀ, ਉਹਦਾ ਇੱਕ ਲੌਤਾ ਪੁੱਤਰ ਸੀਗਾ ਅਸ਼ੋਤਾਮਾ, ਕਹਿੰਦਾ ਜੇ ਇਹਨੂੰ ਉਹ ਪਤਾ ਲੱਗ ਜਾਵੇ ਕਿ ਇਹਦਾ ਪੁੱਤਰ ਮਾਰਿਆ ਗਿਆ, ਇਹਨੇ ਤਾਂ ਆਪਣੇ ਆਪ ਹੀ ਮਰ ਜਾਣਾ। ਸੋ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ, ਢੰਡੋਰਾ ਫਿਰਾ ਦਿੱਤਾ, ਕਹਿੰਦੇ ਅਸ਼ੋਤਾਮਾ ਜਿਹੜਾ ਹਨ ਮਰ ਗਿਆ। ਉਹ ਹਾਥੀ ਕਹਿਣ ਤੋਂ ਪਹਿਲਾਂ ਉਹਨਾਂ ਨੇ ਰੌਲਾ ਪਾਤਾ। ਸੋ ਉਹਨਾਂ ਨੇ ਹਾਥੀ ਕਹਿ ਵੀ ਦਿੱਤਾ ਤੇ ਦੂਜੇ ਨੇ ਸੁਣਿਆ ਨਹੀਂ। ਸੋ ਇਸ ਕਰਕੇ ਦਰੋਣਾਚਾਰਿਆ ਨੇ ਜਿਹੜਾ ਆਪਣਾ ਧਨੁਸ਼ ਥੱਲੇ ਛੱਡ ਦਿੱਤਾ ਤੇ ਉਹ ਰਣ ਭੂਮੀ ਵਿੱਚ ਮਹਾਭਾਰਤ ਦੀ ਜੰਗ ਵਿੱਚ ਮਾਰਿਆ ਗਿਆ। ਹੁਣ ਦੇਖੋ ਵੱਡੇ ਤੋਂ ਵੱਡੇ ਵੀ ਜਿਹੜੇ ਹਨ ਰਿਸ਼ੀ ਲੋਕ ਜਿਹੜੇ ਹਨ ਉਹ ਵੀ ਜਿਹੜੇ ਹਨ ਟੁੱਟ ਜਾਂਦੇ ਸਨ। ਦੇਖੋ ਐਸੀ ਗੱਲ ਹੈ, ਐਸੀ ਜਿਹੜੇ ਗਿਆਨ ਵਾਲੇ ਅਵਸਥਾ ਵਾਲੇ ਹੁੰਦੇ ਨੇ, ਕਹਿੰਦੇ ਇਹ ਗਿਆਨ ਦੀ ਅਵਸਥਾ ਦੇ ਵਿੱਚ ਵੀ ਜਿਹੜਾ ਹਨ ਵਿਸਮਾਦ ਦੇ ਵਿੱਚ ਵੀ ਵਿਸਮਾਦ ਹੋ ਜਾਂਦੇ ਹਾਂ, ਉਹ ਪਰਮਾਤਮਾ ਫੇਰ ਵੀ ਪ੍ਰਾਪਤ ਨਹੀਂ ਹੁੰਦਾ। ਅਬਗਤ ਗਤ ਅਤ ਅਗੰਮ ਹੈ। ਅਬਗਤ ਜਿਹੜਾ ਬੜਾ ਮੁਸ਼ਕਲ ਹੈ, ਜਿਹੜਾ ਨਹੀਂ ਜਿਹੜਾ ਪ੍ਰਾਪਤ ਹੁੰਦਾ ਜਾਂ ਉਹਦੀ ਪ੍ਰਾਪਤੀ ਬੜੀ ਮੁਸ਼ਕਲ ਹੈ। ਅਬਗਤ ਗਤ ਉਹਦੀ ਗਤੀ, ਉਹਨੂੰ ਸਮਝਣਾ, ਉਹਦੀ ਮਰਿਆਦਾ ਨੂੰ ਜਾਣਨਾ, ਉਹਦੇ ਬਾਰੇ ਜਿਹੜਾ ਸਭ ਕੁਝ ਜਾਣਨਾ। ਕਹਿੰਦੇ ਅਤ ਅਗੰਮ ਹੈ, ਮਨ ਦੀ ਪਕੜ ਤੋਂ ਪਰੇ ਹੈ, ਅਗੰਮਤਾ ਹੈ। ਅਕਥ ਕਥਾ ਆਖਾਣ ਵਖਾਣੈ। ਦੇਖੋ ਅਕਥ ਕਥਾ ਨੂੰ ਵਿਖਿਆਨ ਬੋਲਿਆ ਨਹੀਂ ਕੀਤਾ, ਉਹ ਅਕਥ ਕਥਾ ਨੂੰ ਡਿਸਕ੍ਰਾਈਬ ਕਰਨ ਵਾਸਤੇ, ਉਹ ਜੋ ਅਕਥ ਕਥਨ ਤੋਂ ਪਰੇ ਪਰਮਾਤਮਾ ਹੈ ਉਹਦਾ ਆਖਾਣ, ਲੋਕਾਂ ਨੇ ਆਖਾਣ ਵਿੱਚ ਆਪਣੀ ਬੋਲੀ ਵਿੱਚ ਸਮੇਂ ਸਿਰ ਦੀ ਬੋਲੀ ਦੇ ਵਿੱਚ ਉਸ ਦਾ ਜਿਹੜਾ ਟਰਾਂਸਲੇਸ਼ਨ ਕੀਤਾ, ਉਸ ਨੂੰ ਸਮਝ ਕੇ ਆਪਣੀਆਂ ਥਿਊਰੀਜ਼ ਲਿਖੀਆਂ ਉਹਨਾਂ ਨੇ ਬੜੇ ਕੁਝ ਲਿਖਿਆ। ਪਰ ਇਹਨੂੰ ਕਹਿੰਦੇ ਆਖਾਣ, ਉਹਨਾਂ ਨੇ ਆਖਾਣ ਕੀਤਾ, ਉਸ ਨੂੰ ਪ੍ਰਗਟ ਕੀਤਾ ਸ਼ਬਦਾਂ ਵਿੱਚ, ਬੋਲਾਂ ਦੇ ਵਿੱਚ। ਪਰ ਕਹਿੰਦੇ ਅਕਥ ਕਥਾ ਵਖਾਣੇ, ਲੋਕਾਂ ਨੇ ਸਮੇਂ ਸਿਰ ਤਾਂ ਆਖਾਣ ਕਰਕੇ ਉਸ ਦਾ ਵਿਖਿਆਨ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਕਹਿੰਦੇ ਉਹ ਤਾਂ ਅਕਥ ਕਥਾ ਹੈ। ਨਹੀਂ ਤਾਂ ਹੁਣ ਤੱਕ ਤਾਂ ਲੋਕਾਂ ਨੇ ਫੁੱਲ ਸਟਾਪ ਹੀ ਲਾ ਦੇਣਾ ਸੀ ਵੀ ਆਹ ਜੀ ਪਰਮਾਤਮਾ ਦੀ ਗੱਲ ਇੱਥੇ ਮੁੱਕ ਜਾਂਦੀ ਹੈ, ਅੱਗੇ ਨਹੀਂ ਇੱਥੋਂ ਹੈਗੀ। ਜਿਵੇਂ ਆਪਣਾ ਜਿਹੜਾ ਜੀਵਨ ਕੋਈ ਲਿਖੇ, ਆਟੋਗ੍ਰਾਫੀ ਬਾਇਓਗ੍ਰਾਫੀ ਲਿਖੇ ਜਾਂ ਬਾਇਓਗ੍ਰਾਫੀ ਕਿਸੇ ਦੀ ਲਿਖੇ, ਪਰ ਦੇਖੋ ਕਹਿੰਦੇ ਇੱਕ ਥਾਂ ਤੇ ਤਾਂ ਜਾ ਕੇ ਫੁੱਲ ਸਟਾਪ ਲੱਗਦਾ ਹੀ ਹੈ, ਹੁਣ ਅੱਗੇ ਕੀ ਲਿਖੀਏ। ਪਰ ਇਹ ਪਰਮਾਤਮਾ ਦੀ ਤਾਂ ਕੀਤੀ ਐਸੇ, ਜਦੋਂ ਦੀ ਦੁਨੀਆ ਬਣੀ ਹੈ ਉਦੋਂ ਤੋਂ ਲੈ ਕੇ ਲੋਕ ਇਸ ਦਾ ਆਖਾਣ ਵਖਾਣੇ ਕਰਦੇ ਆਏ ਨੇ ਤੇ ਹੁਣ ਤੱਕ ਵੀ ਹੋ ਰਿਹਾ ਹੈ। ਲੱਖ ਪਰਵਾਨ ਪਰੈ ਪਰਵਾਣੈ। ਇਸ ਕਰਕੇ ਲੱਖ ਪਰਵਾਨ, ਕਹਿੰਦੇ ਉਹ ਪਰਮਾਤਮਾ ਜਿਹੜਾ ਹੈ, ਜਿਵੇਂ ਕਹਿੰਦੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਨ। ਦੇਖੋ ਐਸਾ ਜਿਹੜੀ ਅਵਸਥਾ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਲੱਖ ਪਰਵਾਨ, ਕਹਿੰਦੇ ਦੇਖੋ ਉਸ ਦੀ ਉਸਤਤ ਕਰਦਿਆਂ, ਉਸ ਦਾ ਵਿਖਿਆਨ ਕਰਦਿਆਂ, ਉਸ ਦੇ ਵਿਸਮਾਦ ਵਿੱਚ ਡੁੱਬਿਆ ਹੋਇਆਂ ਫਿਰ ਵੀ ਉਹ ਪਰਵਾਨ ਹੁੰਦੇ ਨੇ। ਕਿੰਨੇ ਪਰਵਾਨ ਹੋ ਜਾਂਦੇ ਨੇ, ਕਹਿੰਦੇ ਪਰੇ ਪਰਵਾਨ ਹੈ, ਪਰ ਕਈ ਪਰੇ ਰਹਿ ਜਾਂਦੇ ਨੇ ਜਿਨ੍ਹਾਂ ਵਿੱਚ ਹਉਮੈ ਆ ਜਾਂਦੀ ਹੈ। ਉਹ ਜਿਹੜੇ ਹਨ ਆਪਣੀ ਹਉਮੈ ਕਰਕੇ ਉਹ ਪਰੇ ਰਹਿ ਜਾਂਦੇ ਨੇ ਪ੍ਰਵਾਨਤਾ ਤੋਂ। ਕਈ ਪ੍ਰਵਾਨ ਹੋ ਜਾਂਦੇ ਨੇ ਜਿਨ੍ਹਾਂ ਨੇ ਉਸਤਤ ਕਰਕੇ ਉਸ ਦੇ ਵਿੱਚ ਹੀ ਲੀਨ ਹੋ ਗਏ ਤੇ ਉਸ ਦੀ ਅਵਸਥਾ ਜਿਹੜੀ ਹੈ ਉਹਨੇ ਆਪਣੀ ਮੈਂ ਨੂੰ ਪਿੱਛੇ ਛੱਡ ਕੇ, ਆਪਣੀ ਸਮਝ ਨੂੰ ਪਿੱਛੇ ਛੱਡ ਕੇ, ਆਪਣੀ ਇਮੋਸ਼ਨਸ ਨੂੰ ਪਿੱਛੇ ਛੱਡ ਕੇ, ਆਪਣੇ ਗਿਆਨ ਨੂੰ ਪਿੱਛੇ ਛੱਡ ਕੇ ਜੋ ਅੱਗੇ ਲੰਘ ਗਏ ਤੇ ਕਹਿੰਦੇ ਉਹ ਤਾਂ ਹੋ ਗਏ ਜੀ ਪ੍ਰਵਾਨ। ਤੇ ਕਈ ਜਿਹੜੇ ਹਨ ਪਰੇ ਹੀ ਰਹਿ ਗਏ ਪ੍ਰਵਾਨਤਾ ਤੋਂ, ਜਿਹੜੇ ਹਜੇ ਵੀ ਸੋਚਦੇ ਨੇ ਕਿ ਮੈਂ ਅੰਤ ਪਾ ਲੈਣਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਦੱਸਿਆ, ਕਹਿੰਦੇ ਗੁਰਮੁਖਾਂ ਦੀ ਅਵਸਥਾ ਜਿਹੜੀ ਬੜੀ ਉੱਚੀ ਹੈ, ਕਿਉਂਕਿ ਜਿਹੜਾ ਪਰਮਾਤਮਾ ਦੇਖੋ ਐਡਾ ਅਗੰਮ ਹੈ, ਉਹ ਆਪਣੀ ਪਕੜ ਤੋਂ ਪਰੇ ਹੈ। ਉਹੀ ਸਰੂਪ ਗੁਰੂ ਨਾਨਕ ਹੋ ਕੇ ਉਹ ਤਾਂ ਸਿੱਖਾਂ ਦੇ ਅੰਦਰ ਜਿਹੜੇ ਹਨ ਵਿੱਚ ਵਿਚਰੇ ਹਨ, ਰਹੇ ਹਨ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੋ ਕੇ ਆਪਣੇ ਨਾਲ ਹਨ। ਤੇ ਦੇਖੋ ਐਸਾ ਜਿਹੜਾ ਹੈ, ਕਿੱਥੇ ਏਡੀ ਵੱਡੀ ਕਿਸਮਤ ਹੈ ਕਿਸੇ ਦੀ, ਜਿੱਥੇ ਪਰਮਾਤਮਾ ਆਪ ਆਪਣੇ ਸਰੂਪ ਵਿੱਚ ਆਪ ਵਰਤਦਾ ਹੈ। ਸੋ ਇਸ ਕਰਕੇ ਗੁਰਮੁਖਾਂ ਦੀ ਅਵਸਥਾ ਸਭ ਤੋਂ ਉੱਚੀ ਹੈ ਤੇ ਆਪਾਂ ਨੂੰ ਸਿੱਖ ਹੋਣ ਦੇ ਵਿੱਚ ਬੜਾ ਹੀ ਮਾਣ ਹੋਣਾ ਚਾਹੀਦਾ ਹੈ,
ਕਿਉਂਕਿ ਇਹ ਜਿਹੜਾ ਆਪਾਂ ਨੂੰ ਨਸੀਬ ਹੋਈ ਆ ਨਾ ਸਿੱਖੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ, ਜਿਨ੍ਹਾਂ ਨੇ ਅੰਮ੍ਰਿਤ ਛਕਾ ਕੇ ਆਪਾਂ ਨੂੰ ਆਪਣੇ ਸਿੱਖ ਖਾਲਸਾ ਪੰਥ ਬਣਾਇਆ, ਤੇ ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਿੱਖੀ ਨਾ, ਕਹਿੰਦੇ ਬਹੁਤ ਮਹਿੰਗੀ ਹੈ। ਇਹ ਤਾਂ ਜਿਹੜਾ ਹਨ ਬਰਮਾ ਨੂੰ ਨਹੀਂ ਇਹ ਨਸੀਬ ਹੋਈ, ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਨਹੀਂ ਹੋਈ, ਜਿਹੜੀ ਆਪਾਂ ਨੂੰ ਅੱਜ ਹੋਈ ਹੈ। ਇਸ ਕਰਕੇ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੀਵਨ ਦਾ ਲਾਹਾ ਵੀ ਤਾਂ ਇਹੀ ਹੈ। ਜੇ ਇਹ ਨਾ ਪ੍ਰਾਪਤ ਕੀਤਾ, ਦੇਖੋ ਇੰਨਾ ਸੌਖਾ, ਜਿਵੇਂ ਕਹਿ ਦਈਏ ਨਾ ਕਿਸੇ ਦਾ ਐਗਜ਼ਾਮ ਹੈ, ਉਹਦੇ ਆਨਸਰ ਸ਼ੀਟ ਦੇ ਨਾਲ ਉਹਨੂੰ ਆਨਸਰਸ ਵੀ ਦਿੱਤੇ ਜਾਣ ਵੀ ਤੂੰ ਆਨਸਰ ਜਿਹੜੇ ਦੇਖ ਕੇ ਲਿਖਣੇ ਹਨ। ਜੇ ਬੰਦਾ ਫਿਰ ਵੀ ਫੇਲ ਹੋ ਜਾਵੇ ਤਾਂ ਉਹਨੂੰ ਕੀ ਬੰਦਾ ਕਵੇ? ਜੇ ਤੈਨੂੰ ਸਾਰੇ ਆਨਸਰਸ ਵੀ ਦਿੱਤੇ ਹੋਏ ਆ, ਤੂੰ ਫਿਰ ਵੀ ਫੇਲ ਹੋ ਜਾਵੇਂ, ਫਿਰ ਕੀ ਕਰੇਂਗੇ? ਸੋ ਇਸੇ ਕਰਕੇ ਤਾਂ ਆਪਣਾ ਹਾਲ ਹੈ। ਆਪਾਂ ਨੂੰ ਤਾਂ ਮਹਾਰਾਜ ਨੇ ਸਭ ਕੁਝ ਪ੍ਰਗਟ ਕਰਕੇ ਦੇ ਦਿੱਤਾ, ਭੰਡਾਰੇ ਖੋਲ ਕੇ ਦੇ ਦਿੱਤੇ। ਜੇ ਆਪਾਂ ਫਿਰ ਵੀ ਪਿੱਛੇ ਰਹਿ ਗਏ, ਫਿਰ ਵੀ ਨਰਕਾਂ ਸਵਰਗਾਂ ਵਿੱਚ ਜੂਨਾਂ ਵਿੱਚ ਆਪਾਂ ਭੜਕਦੇ ਰਹੇ, ਤਾਂ ਆਪਣੀ ਬਹੁਤ ਮਾੜੀ ਕਿਸਮਤ ਹੈ। ਇਸ ਕਰਕੇ ਗੁਰੂ ਤੇ ਕਿਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਗੁਰੂ ਤਾਂ ਆਪ ਪਰਮੇਸ਼ਰ ਹੈ, ਗੁਰੂ ਪਰਮੇਸ਼ਰ ਇੱਕੋ ਜਾਣੇ, ਇੱਕੋ ਹੀ ਜਾਣਨਾ ਕਰੋ। ਪਰਮਾਤਮਾ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ। ਅਬਗਤ ਗਤ ਅਤ ਅਗਮ ਹੈ, ਅਕਥ ਕਥਾ ਆਖਾਨ ਵਖਾਣੈ, ਲਖ ਪਰਮਾਨ ਪਰੈ ਪਰਮਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।